ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਲੰਕਾ ਸਾਕੋਟ ਸਮੁੰਦ ਸੀ ਖਾਈ। ਤਿਹ ਰਾਵਨ ਘਰ ਖਬਰ ਨਾ ਪਾਈ। ਕਿਆ ਮੰਗੋਂ ਕਿਛ ਥਿਰ ਨਾ ਰਹਾਈ। ਦੇਖਤ ਨੈਣ ਚਲਿਓ ਜਗ ਜਾਈ। ਰਹਾਉ ਇਕ ਲੱਖ ਪੂਤ ਸਵਾ ਲੱਖ ਨਾਤੀ। ਤਿਹ ਰਾਵਨ ਘਰ ਦੀਆ ਨਾ ਬਾਤੀ। ਚੰਦ ਸੂਰਜ ਜਾ ਕੇ ਤਪਤ ਰਸੋਈ। ਬੈ ਸੰਤਰ ਜਾ ਕੇ ਕਪਰੇ ਧੋਈ। ਗੁਰਮਤਿ ਰਾਮੈ ਨਾਮ ਬਸਾਈ। ਆਸਥਿਰ ਰਹੈ ਨਾ ਕਤਹੁ ਜਾਈ। ਕਹਿਤ ਕਬੀਰ ਸੁਨਹੁ ਰੇ ਲੋਈ। ਰਾਮ ਨਾਮ ਬਿਨ ਮੁਕਤ ਨਾ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਹ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਅੱਜ ਇਸ ਪਾਵਨ ਸ਼ਬਦ ਦੇ ਅੰਦਰ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਮੈਂ ਉਸ ਪਰਮਾਤਮਾ ਦੇ ਕੋਲੋਂ ਕੀ ਮੰਗਾ, ਕਿਉਂਕਿ ਜਗਤ ਦੇ ਵਿੱਚ ਜੋ ਵੀ ਮੈਂ ਦੇਖਦਾ ਹਾਂ ਉਹ ਇੱਕ ਦਿਨ ਨੂੰ ਤੁਰਿਆ ਜਾ ਰਿਹਾ ਹੈ। ਨਾ ਧਨ ਦੌਲਤ ਰਹਿੰਦੀ ਹੈ, ਨਾ ਘਰ ਪਰਿਵਾਰ ਰਹਿੰਦਾ ਹੈ, ਨਾ ਕੋਈ ਅਮੀਰੀ ਅਤੇ ਨਾ ਕੋਈ ਗਰੀਬੀ ਰਹਿੰਦੀ ਹੈ। ਕਬੀਰ ਸਾਹਿਬ ਕਹਿਣ ਲੱਗੇ, ਇੱਥੇ ਉਦਾਹਰਨ ਇਹਨਾਂ ਨੇ ਰਾਵਣ ਦੀ ਲਈ ਹੈ। ਕਹਿਣ ਲੱਗੇ ਰਾਵਣ ਵਰਗੇ ਜਿਹੜੇ ਧਨਾੜ ਮਨੁੱਖ ਨੇ ਉਹ ਵੀ ਦੁਨੀਆ ਤੋਂ ਚਲੇ ਗਏ, ਉਹਦੇ ਘਰ ਦਾ ਵੀ ਕੋਈ ਜਿਹੜਾ ਨਾਮੋ ਨਿਸ਼ਾਨ ਨਹੀਂ ਰਹਿ ਗਿਆ। ਹੁਣ ਜੇ ਮੰਗਣ ਦੀ ਗੱਲ ਹੈ ਤੇ ਮੈਂ ਰੱਬ ਦੇ ਕੋਲੋਂ ਕੀ ਮੰਗਾ। ਇਹਨਾਂ ਨੇ ਰਹਾਉ ਵਾਲੀ ਪੰਕਤੀ ਦੇ ਵਿੱਚ ਬਚਨ ਕੀਤੇ, ਕਿਆ ਮੰਗੋਂ ਕਿਛ ਥਿਰ ਨਾ ਰਹਾਈ। ਕਹਿਣ ਲੱਗੇ ਕਿਹੜੀ ਚੀਜ਼, ਕਿਹੜੀ ਵਸਤੂ, ਕਿਹੜੀ ਦਾਤ ਰੱਬ ਦੇ ਕੋਲੋਂ ਮੰਗਾ। ਥਿਰ ਦਾ ਅਰਥ ਕੋਈ ਪੱਕਾ ਟਿਕਾਣਾ ਹੀ ਨਹੀਂ ਕਿਸੇ ਦਾ। ਕਿਸੇ ਚੀਜ਼ ਨੇ ਹਮੇਸ਼ਾ ਵਾਸਤੇ ਸਦੀਵ ਕਾਲ ਨਹੀਂ ਰਹਿਣਾ। ਕਿਆ ਮੰਗੋਂ ਕਿਛ ਥਿਰ ਨਾ ਰਹਾਈ। ਦੇਖਤ ਨੈਣ ਚਲਿਓ ਜਗ ਜਾਈ। ਕਹਿੰਦੇ ਮੇਰੇ ਅੱਖੀਂ ਵੇਖਦਿਆਂ ਦੀਆਂ ਗੱਲਾਂ ਨੇ ਕਈ ਚੀਜ਼ਾਂ ਜਿਹੜੀਆਂ ਸੰਸਾਰ ਤੋਂ ਤੁਰ ਪਈਆਂ ਨੇ। ਕਬੀਰ ਸਾਹਿਬ ਨੇ ਇਸ ਸ਼ਬਦ 'ਚ ਹਾਂ ਇੱਕ ਗੱਲ ਕਹੀ ਕਿ ਪਰਮਾਤਮਾ ਦਾ ਨਾਮ ਸਦੀਵੀ ਰਹੇਗਾ। ਪਰ ਜੇ ਕੋਈ ਮਨੁੱਖ ਧਨ ਦੌਲਤ ਨੂੰ, ਆਪਣੀ ਲਿਆਕਤ ਨੂੰ, ਆਪਣੇ ਪਰਿਵਾਰ ਨੂੰ ਲੈ ਕੇ ਇਹ ਆਖੇ ਕਿ ਮੇਰਾ ਹਮੇਸ਼ਾ ਨਾਮ ਨਾ ਰਹੇਗਾ, ਧਨ ਦੌਲਤ ਲਿਆਕਤ ਰਹੇਗੀ, ਕਬੀਰ ਸਾਹਿਬ ਕਹਿੰਦੇ ਇਹੋ ਜਿਹੀ ਕੋਈ ਗੱਲ ਨਹੀਂ। ਇੱਥੇ ਜਿਹੜੀ ਅੱਜ ਉਦਾਹਰਨ ਲਈ ਹੈ, ਮੈਂ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਉਹ ਪੱਖ ਰੱਖ ਦੇਵਾਂ। ਅੱਜ ਕਬੀਰ ਸਾਹਿਬ ਨੇ ਰਾਵਣ ਦੀ ਉਦਾਹਰਨ ਲਈ ਹੈ ਅਤੇ ਇਹਦੇ ਵਿੱਚ ਇੱਕ ਇਹ ਵੀ ਜ਼ਿਕਰ ਆਇਆ ਕਿ ਉਹਦਾ 1 ਲੱਖ ਪੁੱਤ ਹੈ ਅਤੇ 1.25 ਲੱਖ ਉਹਦੇ ਪੋਤਰੇ ਨੇ। ਇਹ ਵੀ ਜ਼ਿਕਰ ਆਇਆ ਦਿਨ ਰਾਤ ਉਹਦੇ ਘਰ ਪ੍ਰਸ਼ਾਦਾ ਪਾਣੀ ਪੱਕਦਾ ਰਿਹਾ ਹੈ। ਇੱਕ ਗੱਲ ਯਾਦ ਰੱਖਿਓ, ਇਹਨਾਂ ਉਦਾਹਰਨਾਂ ਦਾ ਮਕਸਦ ਕੇਵਲ ਅਤੇ ਕੇਵਲ ਗੁਰਮਤਿ ਸਮਝਾਉਣਾ ਹੈ। ਜੇ ਇਹਨਾਂ ਉਦਾਹਰਨਾਂ ਨੂੰ ਲੈ ਕੇ ਅਸੀਂ ਇਹ ਕਹਿ ਦਈਏ ਜੀ ਰਾਵਣ ਹੋਇਆ ਏ, ਉਹਦੀ ਲੰਕਾ ਇੰਨੇ ਧੀਆਂ ਪੁੱਤਰ ਹੋਏ ਨੇ, ਗੁਰਮਤਿ ਇਸ ਫਲਸਫੇ 'ਤੇ ਕੁਛ ਨਹੀਂ ਬੋਲਦੀ। ਗੁਰਮਤਿ ਨੇ ਉਦਾਹਰਨਾਂ ਦਿੱਤੀਆਂ ਨੇ। ਉਦਾਹਰਨ ਦਾ ਇੱਕ ਗੱਲ ਯਾਦ ਰੱਖਿਓ, ਇੱਕ ਸਮੇਂ ਉਦਾਹਰਨ ਦਾ ਇੱਕੋ ਹੀ ਪੱਖ ਲਿਆ ਜਾਂਦਾ ਹੈ। ਜਿਹੜੀ ਉਦਾਹਰਨ ਹੈ ਨਾ ਉਹਦੀ, ਮੰਨ ਲਓ ਮੈਂ ਹੁਣ ਕੋਈ ਵੀ ਗੱਲ ਕਰਾਂਗਾ, ਜੇ ਦਿਨ ਦੀ ਗੱਲ ਕਰਾਂਗਾ, ਦਿਨੇ ਧੁੱਪ ਹੈ, ਜਿਹੜੇ
ਸੰਦਰਭ ਦੇ ਵਿੱਚ ਬੋਲਿਆ ਜਾਵੇਗਾ, ਜੇ ਉੱਥੇ ਧੁੱਪ ਫਿੱਟ ਕੀਤੀ ਤੇ ਉਹਦਾ ਉਹ ਪੱਖ ਹੀ ਸਾਹਮਣੇ ਰੱਖਿਆ ਜਾਵੇਗਾ। ਉਦਾਹਰਨ ਦਾ ਇੱਕੋ ਪੱਖ ਰੱਖਿਆ ਜਾਂਦਾ। ਮੈਂ ਰਾਵਣ ਦੀਆਂ 2-3 ਵਣਗੀਆਂ ਦੇ ਦੇਣਾ ਗੁਰਬਾਣੀ ਦੇ ਵਿੱਚੋਂ। ਰਾਵਣ ਨੂੰ ਬਾਣੀ ਨੇ ਜਿਹੜਾ ਉਹ ਵੱਖੋ ਵੱਖ ਰੂਪਾਂ ਦੇ ਵਿੱਚ ਉਦਾਹਰਨ ਦੇ ਵਜੋਂ ਵਰਤਿਆ ਹੈ। ਜਿਵੇਂ ਇੱਕ ਥਾਂ ਤੇ ਗੁਰੂ ਅਰਜਨ ਸਾਹਿਬ ਦਾ ਪਾਵਨ ਬਚਨ ਹੈ ਕਿ ਸੰਮਨ ਇਸ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਚੌ ਬੋਲੇ ਦਾ ਆਰੰਭਕ ਬਚਨ ਹੈ। ਇਹਦੇ ਵਿੱਚ ਉਦਾਹਰਨ ਪ੍ਰੇਮ ਦੀ ਹੈ। ਪ੍ਰੇਮ ਦੀ ਉਦਾਹਰਨ ਦਿੰਦਿਆਂ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਭਲਿਆ ਜੇ ਪ੍ਰੇਮ ਦੇ ਵੱਟੇ ਧਨ ਦੌਲਤ ਦਿੱਤੀ ਜਾ ਸਕਦੀ ਹੁੰਦੀ ਨਾ ਤੇ ਰਾਵਣ ਵਰਗੇ ਕੰਗਾਲ ਨਹੀਂ ਸਨ। ਰਾਵਣ ਨੇ ਵੀ ਆਪਣੇ ਮਾਲਕ ਨੂੰ, ਆਪਣੇ ਪ੍ਰਭੂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦਾ ਮੈਥੋਲੋਜੀ ਕਹਿੰਦੀ ਹੈ ਕਿ 11 ਵਾਰ ਸਿਰ ਕੱਟ ਕੇ ਦਿੱਤਾ। ਗੁਰੂ ਅਰਜਨ ਸਾਹਿਬ ਕਹਿੰਦੇ ਉਹਨੂੰ ਸਿਰ ਕੱਟਣ ਦੀ ਕੀ ਲੋੜ ਸੀ, ਜੇ ਉਹਨੇ ਰੱਬ ਨੂੰ ਖੁਸ਼ ਪੈਸਿਆਂ ਦੇ ਨਾਲ ਹੀ ਕਰਨਾ ਹੁੰਦਾ ਤੇ ਉੱਥੇ ਪੈਸੇ ਦੇ ਕੇ ਵੀ ਖੁਸ਼ ਕੀਤਾ ਜਾ ਸਕਦਾ ਸੀ। ਉਹ ਪੱਖ ਇੱਕ ਪ੍ਰਭੂ ਭਗਤੀ ਦਾ ਹੈ। ਹੁਣ ਉਹਨੂੰ ਲੈ ਕੇ ਤੁਸੀਂ ਬੋਲੀ ਜਾਓ ਜੀ ਰਾਵਣ ਨੇ 11 ਵਾਰ ਸਿਰ ਕੱਟਿਆ, ਇਹ ਪੱਖ ਨਹੀਂ ਹੈ। ਪੱਖ ਉੱਥੇ ਇਹ ਹੈ ਕਿ ਰਾਵਣ ਨੇ ਆਪਣੇ ਇਸ਼ਟ ਨੂੰ, ਆਪਣੇ ਭਗਵਾਨ ਸ਼ਿਵ ਨੂੰ ਖੁਸ਼ ਕਰਨ ਵਾਸਤੇ ਆਪਾ ਜਿਹੜਾ ਸੀ ਵਾਰਿਆ। ਦੂਸਰਾ ਪੱਖ, ਇੱਕ ਥਾਂ ਤੇ ਕਬੀਰ ਸਾਹਿਬ ਦਾ ਹੋਰ ਬਚਨ ਹੈ ਕਿ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਉਹ ਅੱਜ ਦੇ ਸੰਦਰਭ ਦੇ ਵਿੱਚ ਕਹਿਣ ਲੱਗੇ ਜਿਹੜਾ ਰਾਵਣ ਹੈ ਉਹਦੇ ਕੋਲ ਲੰਕਾ ਜਿਹੜੀ ਸੀ ਸੋਨੇ ਦੀ ਬਣੀ ਹੋਈ ਸੀ, ਬੜਾ ਤਗੜਾ ਕਿਲਾ ਸੀ। ਕਹਿਣ ਲੱਗੇ ਜਾਣ ਲੱਗੇ ਉਹ ਵੀ ਮੂਰਖ ਦਾ ਮੂਰਖ ਹੀ ਰਹਿ ਗਿਆ। ਆਪਣੀ ਜ਼ਿੰਦਗੀ ਜਿਹੜੀ ਸੀ ਨਿੱਕੀ ਜੀ ਗੱਲ ਤੋਂ ਬਰਬਾਦ ਕਰਕੇ ਪੱਲੇ ਕੀ ਲੈ ਕੇ ਗਿਆ, ਸਾਰਾ ਕੁਝ ਇੱਥੇ ਹੀ ਉਹਦਾ ਰਹਿ ਗਿਆ। ਤੀਸਰਾ ਪੱਖ ਇੱਕ ਹੋਰ ਮੈਨੂੰ ਵਣਗੀ ਮਿਲੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਗੁਰੂ ਨਾਨਕ ਸਾਹਿਬ ਦਾ ਬੋਲ ਹੈ, ਕਹਿਣ ਲੱਗੇ ਰੋਵੈ ਦਹ ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ। ਹੁਣ ਰਾਵਣ ਨੇ ਕੀ ਕੀਤਾ ਕਿ ਸੀਤਾ ਦਾ ਹਰਨ ਕਰਕੇ ਲਿਆਂਦਾ। ਹਰਨ ਕਰਨ ਤੋਂ ਬਾਅਦ ਚਲੋ ਉਹਦੀ ਮੌਤ ਹੁੰਦੀ ਹੈ, ਸਾਰਾ ਕੁਝ ਚਲਿਆ ਜਾਂਦਾ, ਸੋਨੇ ਦੀ ਲੰਕਾ ਵੀ ਚਲੀ ਜਾਂਦੀ ਹੈ। ਇੰਨਾ ਕੁਝ ਕਰਨ ਵਾਲਾ ਵੀ ਅਖੀਰ ਤੇ ਪਛਤਾਇਆ ਕਿ ਮਨਾ ਇਹ ਇੱਥੇ ਕੀ ਰਹਿਣਾ ਸੀ ਤੇ ਕੀ ਨਹੀਂ, ਤੂੰ ਇਹ ਕਰਮ ਕਾਹਦੇ ਵਾਸਤੇ ਕੀਤਾ। ਸੋ ਮੇਰੇ ਕਹਿਣ ਦਾ ਭਾਵ, ਜੇ ਅਸੀਂ ਅੱਜ ਦੇ ਸ਼ਬਦ ਨੂੰ ਲੈ ਕੇ ਇਸ ਰਾਵਣ ਦੇ ਪਾਸੇ ਨੂੰ ਧੋਈ ਜਾਈਏ ਕਿ ਕਬੀਰ ਸਾਹਿਬ ਨੇ ਰਾਵਣ ਦੇ ਬਾਰੇ ਇਹ ਸਟੇਟਮੈਂਟ ਦੇ ਦਿੱਤੀ, ਇਹ ਗੱਲ ਗਲਤ ਹੈ। ਇਹਦਾ ਭਾਵ ਕੇਵਲ ਤੇ ਕੇਵਲ ਪੱਖ ਇੰਨਾ ਕਹਿ ਕੇ ਭਲਿਆ ਇੱਕ ਉਦਾਹਰਨ ਦਿੱਤੀ ਜਾ ਰਹੀ ਹੈ ਅੱਜ ਦੇ ਸ਼ਬਦ ਦੇ ਵਿੱਚ ਕਿ ਜਿਹੜਾ ਰਾਵਣ ਸੀ ਨਾ ਉਹਦੇ ਬਾਰੇ ਇਹ ਮਨਾਉਤ ਹੈ ਕਿ ਬਹੁਤ ਅਮੀਰ ਸੀ। ਇੰਨੇ ਅਮੀਰ ਹੋਣ ਦੇ ਬਾਵਜੂਦ ਵੀ ਅੱਜ ਉਹਦਾ ਸਾਨੂੰ ਕੋਈ ਨਾਮੋ ਨਿਸ਼ਾਨ ਨਹੀਂ ਮਿਲਦਾ। ਸੋ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਅਸੀਂ ਇਹੀਓ ਰੱਖਣਾ ਹੈ ਕਿ ਕਿਆ ਮੰਗੋ ਕਿ ਸ਼ਥਿਰ ਨਾ ਰਹਾਈ। ਕਹਿੰਦੇ ਮੈਂ ਮੰਗਾਂ ਕੀ ਰੱਬ ਦੇ ਕੋਲੋਂ, ਇੱਥੇ ਮੈਨੂੰ ਕੋਈ ਪੱਕਾ ਸਦੀਵੀ ਕਾਲ ਵਾਸਤੇ ਨਜ਼ਰ ਨਹੀਂ ਆਉਂਦਾ। ਤੇ ਜਦੋਂ ਅਸੀਂ ਗੁਰਮਤ ਦੇ ਫਲਸਫੇ ਨੂੰ ਦੇਖਦੇ ਆ ਨਾ ਤੇ ਬਾਣੀ ਕਹਿੰਦੀ ਹੈ ਕਿ ਜੋ ਉਪਜਿਓ ਸੋ ਬਿਨਸ ਹੈ। ਜਿਹੜੀ ਚੀਜ਼ ਪੈਦਾ ਹੋਈ ਹੈ ਨਾ, ਅੱਜ ਤੇਰੇ ਕੋਲ ਰੁਤਬਾ ਪੈਦਾ ਹੋਇਆ ਹੈ, ਅੱਜ ਤੇਰੇ ਕੋਲ ਜਵਾਨੀ ਪੈਦਾ ਹੋਈ ਹੈ, ਅੱਜ ਤੇਰੇ ਕੋਲ ਸੁਹੱਪਣ ਪੈਦਾ ਹੋਇਆ, ਅੱਜ ਤੇਰੇ ਕੋਲ ਜਿਹੜੀ ਧਨ ਦੌਲਤ ਪੈਦਾ ਹੋਈ ਹੈ, ਅੱਜ ਤੇਰੇ ਕੋਲ ਨਾਮ ਇੱਜ਼ਤ ਮੋਤਬਾਰੀ ਪੈਦਾ ਹੋਈ ਹੈ, ਯਾਦ ਰੱਖੀ ਇਹਨੇ ਇੱਕ ਦਿਨ ਨੂੰ ਖਤਮ ਹੋ ਜਾਣਾ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ, ਅੱਜ ਨਹੀਂ ਤਾਂ ਕੱਲ ਹਰੇਕ ਚੀਜ਼ ਦੁਨੀਆ ਦੇ ਉੱਤੋਂ ਚੱਲਦੀ ਬਣੇਗੀ। ਇਸ ਕਰਕੇ ਕਬੀਰ ਸਾਹਿਬ ਕਹਿ ਲਗੇ ਮੈਂ ਰੱਬ ਦੇ ਕੋਲੋਂ ਮੰਗਾ ਕੀ। ਤੇ ਗੁਰਮਤ ਨੇ ਇਹਦੇ ਬਾਰੇ ਚਲੋ ਅੱਗੇ ਬਚਨ ਵੀ ਆਉਣਾ ਹੈ, ਇੱਕੋ ਗੱਲ ਕਹੀ ਹੈ ਕਿ ਭਲਿਆ ਜੇ ਰਹਿਣਾ ਹੈ ਤੇ ਉਹ ਪਰਮਾਤਮਾ ਦਾ ਨਾਮ ਰਹਿਣਾ ਹੈ, ਕਿਉਂਕਿ ਨਾਮ ਜਪਣ ਵਾਲਾ ਜਿਹੜਾ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਜੇ ਤੂੰ ਕੁਝ ਇਕੱਠਾ ਕਰਨਾ ਹੈ, ਜੇ ਕੁਝ ਜ਼ਿੰਦਗੀ ਦੇ ਵਿੱਚ ਇਕੱਠਾ ਕਰਕੇ ਨਾਲ ਖੜਨਾ ਚਾਹੁੰਦਾ ਤੇ ਉਹ ਪਰਮੇਸ਼ਰ ਦਾ ਨਾਮ ਹੈ। ਸੋ ਇਹ ਅੱਜ ਦੇ ਪਾਵਨ ਸ਼ਬਦ ਦਾ ਅੰਤਰੀ ਭਾਵ ਹੈ। ਆਰੰਭ ਦੇ ਵਿੱਚ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਲੰਕਾ ਸਾ ਕੋਟ ਸਮੁੰਦ ਸੀ ਖਾਈ। ਲੰਕਾ ਇਹਦੇ ਬਾਰੇ ਹਿੰਦੂ ਮੈਥੋਲੋਜੀ ਕੀ ਕਹਿੰਦੀ ਹੈ ਕਿ ਕੁਬੇਰ ਦੇ ਵਾਸਤੇ ਇਹਨੂੰ ਵਿਸ਼ਕਰਮਾ ਨੇ ਤਿਆਰ ਕੀਤਾ ਹੋਇਆ ਸੀ। ਇਹ ਉਹਨਾਂ ਦੀ ਮੱਤ, ਇਹਨੂੰ ਗੁਰਮਤ ਨਹੀਂ ਮੰਨਦੀ। ਹੁਣ ਕੁਬੇਰ ਜਿਹੜਾ ਹੈ ਇਹ ਜਿਹੜੇ ਹਿੰਦੂ ਦੇਵਤੇ ਦੇਵੀਆਂ ਦੇਵਤੇ ਨੇ ਨਾ 33 ਕਰੋੜ, ਉਹਨਾਂ ਦਾ ਕੈਸ਼ੀਅਰ ਹੈ, ਖਜ਼ਾਨਚੀ ਹੈ। ਉਹਨਾਂ ਨੂੰ ਜੋ ਵੀ ਕੁਝ ਧਨ ਦੌਲਤ ਦੇਵੀ ਦੇਵਤਿਆਂ ਨੂੰ ਚਾਹੀਦਾ ਉਹ ਕੁਬੇਰ ਦਿੰਦਾ ਹੈ। ਤੇ ਕੁਬੇਰ ਦੇ ਵਾਸਤੇ ਰਿਹਾਇਸ਼ ਵਾਸਤੇ ਇੱਕ ਜਿਹੜਾ ਸੀ ਕਿਲਾ ਤਿਆਰ ਕੀਤਾ ਗਿਆ, ਉਹਦਾ ਨਾਮ ਸੀ ਲੰਕਾ। ਉਹ ਰਾਵਣ ਨੇ ਇਹ ਜਿਹੜਾ ਸੀ ਉਹਨੇ ਕੁਬੇਰ ਦੇ ਵਾਸਤੇ ਵਿਸ਼ਕਰਮਾ ਨੇ ਤਿਆਰ ਕੀਤਾ। ਹੁਣ ਵਿਸ਼ਕਰਮਾ ਦੇ ਬਾਰੇ ਵੀ ਇਹ ਇੱਦਾਂ ਦੀਆਂ ਬੜੀਆਂ ਮਿੱਥਾਂ ਨੇ ਕਿ ਵਿਸ਼ਕਰਮਾ ਜਿਹੜਾ ਹਰ ਤਰ੍ਹਾਂ ਦਾ ਜਿਹੜਾ ਇਹ ਸ਼ਸਤਰ ਹੈ, ਹਰ ਪ੍ਰਕਾਰ ਦੀ ਜਿਹੜੀ ਘਾੜਤ ਹੈ, ਜੋ ਰੱਥ ਜੋ ਵਗੈਰਾ ਵਗੈਰਾ ਹੈ, ਇਹ ਸਾਰਾ ਕੁਝ ਉਹ ਉਸੇ ਨੂੰ ਘੜ ਕੇ ਦਿੰਦਾ ਹੈ। ਉਹ ਵਿਸ਼ਕਰਮਾ ਦਾ ਕੰਮ ਹੈ। ਜੋ ਵੀ ਮਿਸਤਰੀ ਦਾ ਕੰਮ ਕਹਿ ਦਈਏ ਨਾ ਮੀਨਾਕਾਰੀ ਦਾ, ਇਹ ਵਿਸ਼ਕਰਮਾ ਕਰਦਾ ਹੈ। ਇਹਨੂੰ ਯਾਦ ਰੱਖੋ, ਹਿੰਦੂ ਮੱਤ ਮੰਨਦੀ ਹੈ, ਸਿੱਖ ਨਹੀਂ ਮੰਨਦੇ। ਪਰ ਅੱਜ ਜਿਹੜੇ ਸਾਡੇ ਸਿੱਖ ਨੇ ਖਾਸ ਕਰਕੇ
ਇਹ ਮਿਸਤਰੀ ਦੇ ਲੈਵਲ ਦੇ ਲਾ ਲਈਏ ਆਪਾਂ, ਜਿਵੇਂ ਕਾਰਪੇਂਟਰ ਹੋ ਗਏ ਜਾਂ ਕੰਮਾਂ ਵਾਲੇ, ਉਹ ਇਹਦੀ ਪੂਜਾ ਕਰਦੇ ਨੇ। ਇੱਕ ਗੱਲ ਯਾਦ ਰੱਖਿਓ, ਸਿੱਖ ਦਾ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਆਸਰਾ ਉਹ ਲੈਂਦਾ ਹੈ। ਸਿੱਖ ਨੇ ਪ੍ਰਮਾਤਮਾ ਨੂੰ ਪੂਜਣਾ ਹੈ ਤੇ ਹਥਿਆਰਾਂ ਨੂੰ ਕੁਛ ਨਹੀਂ ਹੁੰਦਾ। ਕਈ ਵਾਰੀ ਨਾ ਸਾਡੇ ਮਨ 'ਚ ਹੁੰਦਾ ਕਿ ਅਸੀਂ ਦੀਵਾਲੀ ਤੋਂ ਅਗਲੇ ਦਿਨ ਵਿਸ਼ਕਰਮਾ ਡੇ ਇਹਨੂੰ ਮਨਾ ਲਈਏ, ਇਹਨੂੰ ਧੋ ਲਈਏ ਹਥਿਆਰਾਂ ਨੂੰ। ਹਾਂ, ਧੋਤਾ ਤਾਂ ਜਾਂਦਾ ਹੈ, ਸਾਫ਼ ਸਫਾਈ ਹੋ ਜੇ, ਕਿਤੇ ਵਿਸ਼ਕਰਮਾ ਨਹੀਂ ਰੁੱਸਦਾ। ਇਹ ਇਹੋ ਜਿਹੇ ਮਨ ਦੇ ਵਿੱਚ ਵਹਿਮ ਨੇ। ਸੋ ਰਹੋ ਵਿਚਾਰ। ਇੱਥੇ ਕਬੀਰ ਸਾਹਿਬ ਕਹਿ ਲਗੇ ਲੰਕਾ ਸਾ ਕੋਟ। ਹੁਣ ਉਹ ਜਿਹੜਾ ਕੁਬੇਰ ਨੂੰ ਵਿਸ਼ਕਰਮਾ ਨੇ ਬਣਾ ਕੇ ਦਿੱਤਾ ਸੀ ਨਾ, ਲੰਕਾ ਦਾ ਕਿਲ੍ਹਾ ਬਣਾ ਕੇ ਦਿੱਤਾ ਸੀ, ਰਾਵਣ ਨੇ ਉਹਦੇ ਕੋਲੋਂ ਛੀਨ ਲਿਆ, ਉਹਦੇ ਕੋਲੋਂ ਧੋਖੇ ਦੇ ਨਾਲ ਖੋਹ ਲਿਆ। ਤੇ ਕਬੀਰ ਸਾਹਿਬ ਉਹਨੇ ਜਿਹੜਾ ਸੀ ਆਪ ਇਹ ਰਾਵਣ ਨੇ ਨਾ ਉੱਤੇ ਕਬਜ਼ਾ ਕੀਤਾ ਹੋਇਆ ਹੈ। ਹੁਣ ਉਹ ਜਿਹੜੀ ਲੰਕਾ ਹੈ ਸਾਰੀ ਕਹਿੰਦੇ ਸੋਨੇ ਦੀ ਬਣੀ। ਇਹ ਉਹਨਾਂ ਦੀ ਮਿੱਥ ਹੈ। ਲੰਕਾ ਸਾ ਕੋਟ, ਕੋਟ ਦਾ ਅਰਥ ਹੈ ਕਿਲ੍ਹਾ। ਗੁਰਬਾਣੀ 'ਚ ਕੋਟ ਦੇ ਕਈ ਅਰਥ ਨੇ। ਇੱਥੇ ਟੈਂਕੇ ਨੂੰ ਔਂਕੜ, ਇਹਦਾ ਅਰਥ ਕਰਾਂਗੇ ਕਿਲ੍ਹਾ। ਕਹਿੰਦੇ ਲੰਕਾ ਵਰਗਾ ਬੜਾ ਤਗੜਾ ਜਿਹੜਾ ਸੀ ਸ਼ਾਨਦਾਰ ਕਿਲ੍ਹਾ। ਸਮੁੰਦ ਸੀ ਖਾਈ, ਖਾਈ ਦਾ ਅਰਥ ਕਰਾਂਗੇ ਖਾਲੀ। ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ, ਇਹ ਕਿ ਜਿਹੜੇ ਕਿਲ੍ਹੇ ਹੁੰਦੇ ਸਨ ਨਾ, ਉਹਨਾਂ ਦੀ ਸੇਫਟੀ ਵਾਸਤੇ, ਉਹ ਦੁਸ਼ਮਣੀ ਹਮਲੇ ਤੋਂ ਬਚਣ ਵਾਸਤੇ ਉਹ ਕਿਲ੍ਹੇ ਦੇ ਦੁਆਲੇ ਦੁਆਲੇ ਜਿਹੜੀ ਸੀ ਇੱਕ ਨਹਿਰ, ਇੱਕ ਖਾਈ ਪੁੱਟੀ ਜਾਂਦੀ ਹੁੰਦੀ ਸੀ, ਜਿਹਦੇ ਵਿੱਚ ਪਾਣੀ ਛੱਡ ਦਿੱਤਾ ਜਾਂਦਾ ਹੁੰਦਾ ਸੀ, ਤਾਂ ਜੋ ਦੁਸ਼ਮਣ ਜਿਹੜਾ ਹੈ ਉਹ ਹਮਲਾ ਨਾ ਕਰ ਸਕੇ। ਕਈ ਤਰੀਕਿਆਂ ਦੇ ਨਾਲ ਬਚਾਅ ਕੀਤਾ ਜਾਂਦਾ ਸੀ। ਕਬੀਰ ਸਾਹਿਬ ਕਹਿਣਗੇ ਉਹ ਕਿਲ੍ਹਾ ਬਹੁਤ ਤਗੜਾ ਸੀ। ਲੰਕਾ ਸਾ ਕੋਟ ਤੇ ਸਮੁੰਦ ਸੀ ਖਾਈ। ਉਹਦੀਆਂ ਜਿਹੜੀਆਂ ਖਾਈਆਂ ਸਨ ਉਹ ਵੀ ਸਮੁੰਦਰ ਦੇ ਵਾਂਗ ਪਾਣੀ ਦੇ ਨਾਲ ਭਰੀਆਂ ਤੇ ਬੜੀਆਂ ਬੜੀਆਂ ਡੂੰਘੀਆਂ ਸਨ। ਤੇ ਅੱਜ ਵੇਖ ਲਓ ਕੀ ਬਣਦਾ ਹੈ। ਕਹਿੰਦੇ ਤੇ ਰਾਵਣ ਘਰ ਖਬਰ ਨਾ ਪਾਈ। ਕਹਿੰਦੇ ਉਹਦੇ ਘਰ ਦੀ ਕਿਸੇ ਨੂੰ ਕੋਈ ਖਬਰ ਨਹੀਂ ਹੈ। ਕਿੱਥੇ ਲੰਕਾ ਗਈ, ਕਿੱਥੇ ਰਾਵਣ ਗਿਆ, ਕਿਸੇ ਨੂੰ ਪਤਾ ਲੱਗਦਾ ਹੈ। ਯਾਦ ਰੱਖਿਓ ਗੁਰਮੁਖੋ, ਇਹ ਸਾਡੀਆਂ ਮਹਿਲ ਮਾੜੀਆਂ, ਇਨ ਧਨ ਦੌਲਤਾਂ, ਇਹ ਕੁਛ ਨਹੀਂ ਰਹਿਣਾ। ਇੱਕ ਦਿਨ ਨੂੰ ਸਾਰਾ ਕੁਝ ਚਲਿਆ ਜਾਣਾ ਹੈ। ਅਸੀਂ ਇਹਨਾਂ ਚੀਜ਼ਾਂ ਨੂੰ ਸਦੀਵੀ ਲੈ ਕੇ ਨਾ ਚੱਲੀਏ। ਕਬੀਰ ਸਾਹਿਬ ਅੱਗੇ ਬਖਸ਼ਿਸ਼ ਕਰਦੇ ਨੇ, ਕਿਆ ਮੰਗੋ ਕਿਛ ਥਿਰ ਨਾ ਰਹਾਈ। ਕਹਿਣ ਲੱਗੇ ਹੇ ਪ੍ਰਭੂ, ਤੇਰੇ ਕੋਲੋਂ ਮੈਂ ਕਿਹੜੀ ਚੀਜ਼ ਮੰਗਣ ਦਾ ਯਤਨ ਕਰਾਂ। ਮੈਂ ਧਨ ਦੌਲਤ ਮੰਗਾ, ਮੈਂ ਜਿਹੜਾ ਹੈ ਉਹ ਕਿਹੜਾ ਪੱਖ ਮੰਗਣ ਦਾ ਯਤਨ ਕਰਾਂ। ਇਹ ਸਵਾਲ ਇੱਕ ਜੋਗੀ ਦੇ ਸਾਹਮਣੇ ਆਇਆ ਸੀ ਗੁਰੂ ਅਮਰਦਾਸ ਜੀ ਦੇ ਵੇਲੇ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਬਣਨ ਤੋਂ ਪਹਿਲਾਂ ਨਾ ਇਹ ਯਾਤਰਾ 'ਤੇ ਜਾਂਦੇ ਨੇ। ਅਖੀਰਲੀ ਯਾਤਰਾ 'ਤੇ ਗਏ ਤੇ ਉਹਨਾਂ ਨੂੰ ਇੱਕ ਪੰਡਿਤ ਮਿਲਿਆ। ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਿਹੜਾ ਸੀ ਉਹ ਪਦਮ ਦੇਖਿਆ। ਉਹ ਤੋਂ ਉਹਨੇ ਹਿਸਾਬ ਲਾ ਕੇ ਕਿਹਾ ਕਿ ਤੁਸੀਂ ਜਿਹੜੇ ਨੇ ਜਾਂ ਤੇ ਚੱਕਰਵਰਤੀ ਜਿਹੜੇ ਸਮਰਾਟ ਰਾਜੇ ਬਣੋਗੇ ਜਾਂ ਰੂਹਾਨੀਅਤ ਦੇ ਸਿਖਰ 'ਤੇ ਪਹੁੰਚੋਗੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੱਸ ਕੇ ਗੱਲ ਟਾਲ ਦਿੱਤੀ। ਕਹਿਣ ਲੱਗੇ ਭਲਿਆ, ਨਾ ਤੇ ਮੈਂ ਇੰਨਾ ਕੁ ਧਨ ਦੌਲਤ ਜੋੜ ਸਕਦਾ ਕਿ ਮੈਂ ਚੱਕਰਵਰਤੀ ਰਾਜਾ ਬਣ ਸਕਾਂ, ਤੇ ਨਾ ਹੀ ਕੋਈ ਇੰਨੀ ਮੇਰੀ ਬੰਦਗੀ ਹੈ ਜਿਹੜਾ ਸਿਖਰ 'ਤੇ ਪਹੁੰਚ ਸਕਾਂ। ਚਲੋ ਤੂੰ ਜੋਗੀ ਹੈ, ਤੂੰ ਦਾਨ ਦਕਸ਼ਨਾ ਲੈਣੀ ਹੈ, ਗੱਲ ਕਰ ਕੀ ਲੈਣਾ ਹੈ। ਉਹਨੇ ਇੱਕ ਗੱਲ ਕਹੀ, ਕਹਿਣ ਲੱਗਾ ਅੱਜ ਨਹੀਂ ਮੇਰਾ ਉਧਾਰ ਰਿਹਾ, ਜਿਸ ਦਿਨ ਤੁਸੀਂ ਕਿਤੇ ਟਿਕਾਣੇ 'ਤੇ ਲੱਗੋਗੇ ਨਾ। ਉਹਨੇ ਆਪਣੀ ਜੋਤਿਸ਼ ਵਿਦਿਆ ਲਈ ਸੀ। ਹੁਣ ਇਸ ਪੱਖ ਦੇ ਵੱਲ ਨਾ ਭਾਜਿਓ ਕਿ ਜੋਤਿਸ਼ ਵਿਦਿਆ ਸਹੀ ਹੈ ਜਾਂ ਗਲਤ, ਇਹ ਉਦਾਹਰਨ ਹੈ। ਕਹਿਣ ਲੱਗਾ ਕਿ ਜਦੋਂ ਲੋੜ ਪਈ, ਜਦੋਂ ਤੁਸੀਂ ਕਿਸੇ ਟਿਕਾਣੇ 'ਤੇ ਲੱਗੇ, ਜੇ ਮੇਰੀ ਜੋਤਿਸ਼ ਵਿਦਿਆ ਸਹੀ ਹੋਈ ਨਾ, ਫਿਰ ਮੈਂ ਆਣ ਕੇ ਉਹ ਆਪਣਾ ਜਿਹੜਾ ਜੋ ਬਣਦਾ ਹੈ ਆਪਣੀ ਦਾਨ ਦਕਸ਼ਨਾ ਲਵਾਂਗੇ। ਤੇ ਜਿਸ ਵੇਲੇ ਗੁਰਤਾ ਗੱਦੀ ਮਿਲੀ ਗੋਇੰਦਵਾਲ ਦੀ ਧਰਤੀ 'ਤੇ, ਇਹ ਜਿਹੜਾ ਸੀ ਜੋਗੀ ਆਇਆ, ਇਹਨੇ ਆਣ ਕੇ ਪੰਡਿਤ ਨੇ ਇਹਨੇ ਆਣ ਕੇ ਇੱਕੋ ਗੱਲ ਗੁਰੂ ਅਮਰਦਾਸ ਜੀ ਕੋ ਕਹੀ। ਕਹਿਣ ਲੱਗੇ ਤੁਸੀਂ ਪਹਿਚਾਨਿਆ? ਸਤਿਗੁਰੂ ਕਹਿਣ ਲੱਗੇ ਹਾਂ ਪਹਿਚਾਨਿਆ। ਮੰਗ ਕੀ ਮੰਗਣਾ ਹੈ? ਉੱਥੇ ਇਹ ਵੀ ਚੱਕਰਾਂ ਦੇ ਵਿੱਚ ਪੈ ਗਿਆ। ਕਹਿਣ ਲੱਗਾ ਮਾਲਕ ਤੁਹਾਡੇ ਕੋਲੋਂ ਮੰਗਾ ਕੀ? ਜੇ ਤੇ ਮੈਂ ਅਧਿਆਤਮਕ ਦੌਲਤ ਮੰਗਦਾ ਹਾਂ, ਨਾਮ ਸਿਮਰਨ ਮੰਗਦਾ ਹਾਂ, ਤੇ ਫਿਰ ਪੇਟ ਦੇ ਭੁੱਖੋਂ ਇੱਥੋਂ ਗਰੀਬੀ ਕਾਰਨ ਮਰ ਜਾਂਦਾ ਹਾਂ। ਤੇ ਜੇ ਮੈਂ ਗਰੀਬੀ ਦੂਰ ਕਰਨ ਵਾਸਤੇ ਧਨ ਦੌਲਤ ਮੰਗਦਾ ਹਾਂ ਤੇ ਰੂਹਾਨੀਅਤ ਪੱਖ ਮੇਰਾ ਖਾਲੀ ਰਹਿ ਜਾਂਦਾ ਹੈ, ਤੇ ਤਾਂ ਮੈਂ ਇੱਥੋਂ ਨਮੋਸ਼ੀ ਦੇ ਨਾਲ ਜਾਵਾਂਗਾ। ਮੈਂ ਹੁਣ ਫਸ ਚੁੱਕਾ, ਮੈਂ ਮੰਗਾ ਤੇ ਮੰਗਾ ਕੀ। ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੋਨਾਂ ਬਖਸ਼ਿਸ਼ਾਂ ਕੀਤੀਆਂ ਸਨ। ਕਹਿਣ ਲੱਗੇ ਤੈਨੂੰ ਛਕਣ ਵਾਸਤੇ ਪ੍ਰਸ਼ਾਦਾ ਧਨ ਦੌਲਤ ਦੀ ਕਮੀ ਵੀ ਕੋਈ ਨਹੀਂ ਰਹੇਗੀ। ਤੇ ਯਾਦ ਰੱਖੀ, ਇੱਕ ਦਿਨ ਨਾਮ ਜਪ ਕੇ ਤੂੰ ਪ੍ਰਮਾਤਮਾ ਦੇ ਘਰ 'ਚ ਪ੍ਰਵਾਨ ਹੋ ਜਾਏਗਾ। ਤੇਰੇ ਕੋਲ ਜਿਹੜੀ ਬੰਦਗੀ ਦੀ ਕਮੀ ਵੀ ਨਹੀਂ ਰਹੇਗੀ। ਮੇਰੇ ਇਹ ਉਦਾਹਰਨ ਦੇਣ ਦਾ ਭਾਵ ਇਹ ਹੈ, ਕਬੀਰ ਸਾਹਿਬ ਕਹਿਣਗੇ ਮੈਂ ਮੰਗਾ ਕੀ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਦੋਵੇਂ ਚੀਜ਼ਾਂ ਮੰਗੀਆਂ ਹੋਈਆਂ ਨੇ। ਇੱਕ ਤੇ ਚਲੋ ਅਸੀਂ ਆਰਤੀ ਦੇ ਵਿੱਚ ਵੀ ਸ਼ਬਦ ਪੜ੍ਹਦੇ ਹਾਂ ਕਿ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਦਾਲ ਸੀਦਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਣੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਗਊ ਭੈਂਸ ਮੰਗੋ। ਇਹ ਜਿੰਨੀਆਂ ਵੀ ਇਹ ਦੁਨਿਆਵੀ ਮੰਗਾਂ ਨੇ, ਇਹ ਸਿੱਖ ਨੇ ਗੁਰੂ ਦੇ ਕੋਲੋਂ ਮੰਗਣੀਆਂ ਨੇ। ਕਿਉਂਕਿ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁੱਧ ਦੇਹ, ਆਪਣੇ ਗੁਰੂ ਦੇ ਕੋਲ ਜਾਣਾ ਹੈ। ਕਈ ਵਾਰੀ ਮੇਰੇ ਵਰਗੇ ਇਹ ਕਥਾਵਾਚਕ ਇਹ ਗੱਲ ਕਹਿੰਦੇ ਨਹੀਂ ਜੀ ਇੱਥੇ ਤੁਸੀਂ ਕੱਲੀਆਂ ਦੁਨਿਆਵੀ ਦਾਤਾਂ ਮੰਗਦੇ ਜੇ। ਭਲਿਓ ਇੱਕ ਗੱਲ ਯਾਦ ਰੱਖਿਓ, ਜੇ ਦੁਨਿਆਵੀ ਦਾਤਾਂ ਸਿੱਖ ਇੱਥੇ ਨਾ ਮੰਗੇਗਾ, ਫਿਰ ਬਾਹਰ ਜਾ ਕੇ ਮੰਗਦਾ ਸਾਨੂੰ ਤਾਂ ਤਕਲੀਫ ਹੁੰਦੀ ਹੈ।
जे किसी नूं दुध की लोड़ है, पुत की लोड़ है, कारोबार की लोड़, वो गुरु कोलों ही मंगना है। सिख ने वो भी पक्ष गुरु कोलों मंगना है। तो याद रखियो सिख ने जिहड़ा परमात्मा का नाम भी गुरु दे कोलों मंगना है कि विसर नाही दातार अपना नाम देहो गुण गावां दिन रात नानक चाओ। इहो कबीर साहब कहते मैं मंगा कि ये उदाहरण दे रहे ने, गल कर रहे ने, क्या मांगो किश थिर ना रहाई। दुनियावी पक्ष कहते परमात्मा दुनियावी तौर पर किहड़ी चीज़ मंगा, क्योंकि जो कबीर साहब की गल करते ना, इन्हों के घर च आर्थिक तौर पर गरीबी बड़ी है। एक दोए मंदिर, एक दोए बाट, हमको साथर उनको खाट। कह लगे की हुंदा है कि एक अद्धा घर च साधु आउंदा है, असीं कहने घरों तुरेगा चलो काम सौखा हो जाएगा, टब्बर कहता है हजे उन्होंने रस्ते चो छड्ड के जाते हैं तो दो चार नाल लई आउंदे ने। कह लगे हम मूड पलोस कमरबद्ध पोथी हमको चाबल उनको रोटी। तो परिवार नूं की मिलता है, परिवार नूं कई बार भुजे छोले खा के गुजारा करना पैंदा है तो साधु संतां नूं रोटी खवा दी जाती है। इहदा भाव यह है कि कबीर साहब के घर दे विच इन्नी धन दौलत नहीं सी कि दो समय का प्रशादा भी पक सके। पर वेखो जो कबीर साहब ने मंगया उत्थे ये नहीं कहा जे साडे वर्गा होवे ना असीं कह दिए कि महाराज इन्ना का अकाउंट भर दिओ मेरे धियां पुत्र तो सौखे पुत पोतरे तो सौखे खा सकन। पर कबीर साहब कहते नहीं क्या मांगो, कहते की मंगा किश थिर ना रहाई। कोई भी चीज़ जिहड़ी है मालक ते हमेशा टिकी रहन वाली नहीं। देखत नैन चलिओ जग जाई। कह लगे मेरे वेखदियां वेखदियां ही संसार दे विच कई चीज़ां पैदा होईयां ते कई नाश होईयां। तुहाडीआं अखां दे सामने तुसीं कई चीज़ां वेखोगे, कई चीज़ों का जन्म होंदा ते कई चीज़ां खत्म हो जांदियां। आ जिहड़े बरसाती दिन चल रहे इन्हां च खुंबां बड़ियां उगदियां ने। रूड़ियां दे उत्ते पिंडां 'च तुसीं देखो उहदी किते किन्नी उमर हुंदी है, सवेर नूं उगदी है शाम नूं कूकर दे विच हुंदी है। वो बहुत घट उमरां दीयां चीज़ां पैदा होंदियां ने, नालों नाल तुरियां जांदियां ने। कबीर साहब कह लगे कोई चीज़ इहो जी नहीं जिहड़ी सਦੀवी रही होवे। मेरे वेखण दी गल है, इत्थों एक दिन हौली हौली चला गया रहाओ। अगे कह लगे 1 लाख पूत 1.25 लाख नाती। नाती का अर्थ पोतरा। हुण ये फिर उहदी उदाहरण दे रहे हैं रावण की। कह लगे रावण का यह मनौत है कि उहदा 1 लाख पुत्र सी ते उहदे पुत्रां तो 1.25 लाख उहदे जिहड़े ने पोतरे पैदा हुंदे ने। एडा तगड़ा उहदा घर परिवार सी, एडा तगड़ा उहदा जिहड़ा सी वो परिवार वधिया फुल्लिया होया सी। 1 लाख पूत 1.25 लाख नाती ते रावण घर दीया ना बाती। दीया कहते दीवे नूं, बाती का अर्थ है वट्टी। भाव उहदे घर विच अज कोई दीवा जगाउण वाला नहीं, भाव उहदी कोई अंश बंस नहीं चलदी। अज रावण नाम की ना जिहदा 1.25 लाख जिहड़ा पुत्त होवे, ये जिहदा 1 लाख पुत्त होवे 1.25 लाख पोतरे होण, कोई ना कोई तो लभना चाहिए सी ना। कबीर साहब कहते कोई भी नहीं लभदा पिया। अज सारे पता नहीं कित्थे चल गए। 1 लाख पूत 1.25 लाख नाती ते रावण कर दिया ना बाती। अगे शब्द है चंद सूरज जाके तपत रसोई। कहते उस रावण के वास्ते ये दो अर्थ ने। मैं दोवें पक्ष रख के ते अगली गल तुहाडे नाल करांगा। पहला अखरी अर्थ कर लिया चंद्र अते सूरज जाके तपत रसोई। जी दी रसोई तैयार करते सन, जी दे घर का खाना तैयार करते सन। बैसंतर जाके कपड़े धोई। बैसंतर का अर्थ है अग। कहते अग जिहड़ी उहदे कपड़े धोंदी सी। हुण जिहड़े साडे जिवें संप्रदायी महापुरख ने वो इहदा पक्ष दे विच इह गल सामने रखते ने कि सूरज ते चंद्रमा जिहड़े देवते ने ते बसंतर अग्नि देवता वो इहदे कपड़े धोंदे ने ते इहदे घर का कारोबार तैयार करते हैं। दूसरा पक्ष प्रोफैसर साहब सिंह हुणां ने यह लिया है कि चंद्रमा ते सूरज का भाव अर्थ करांगे उहदा जिन्ना परिवार सी ना दिन रात प्रशादा तैयार हुंदा रहिंदा सी। ते बैसंतर जाके कपड़े धोई दा उन्होंने अर्थ किया है कि हर वेले कपड़े धोण वास्ते जिहड़ा है पानी चुल्हियां ते चढ़िया रहिंदा सी। पर मैं अपनी जे परसनल गल दसां ना, मेरी अजे तसल्ली नहीं हुंदी। मेरा मन ये सोचदा है कि जे एक पक्ष मान लिया जाए कि ये रावण का सारा कुछ सी, जिवें अज सोलर सिस्टम है, सोलर दे नाल खाना पकदा है ना, हो सकता उस समय कोई इदां दा सिस्टम होवे। पर ये अर्थ नहीं मैनूं कितों लभे। मैं बड़ी कोशिश शुरू तो करता रहा जदों दा मेरे ये सामने शब्द आया ना कि चंद सूरज जाके तपत रसोई दे अर्थ की बनते हैं, डीपली की है। पर मैंने वो अजे तक डीपली तौर पर ये कोई अर्थ नहीं मिले। पर चलो जो अज अर्थ चलते हैं, क्योंकि मैं अपने कोलों कोई स्टेटमेंट नहीं दे सकता, इहो लैके चलांगे कि रावण के घर दे विच इन्ना क परिवार सी, दिन रात ही रोटी बनती रहिंदी हुंदी सी। पर एक गल याद रखियो, गुरबाणी अगाध बोध है। गुरबाणी कभी भी एक पक्ष दे आके मुकदी नहीं। हो सकता है कल नूं कोई ये नवे अर्थ निकल आउण ते आपां उस पक्ष दे उत्ते भी वाचीए, क्योंकि जिहदे बंदे घर इन्नी जिहड़ी है वो डिवेलपमेंट हो सकती, इन्नी धन दौलत हो सकती, वो हो सकता है पुराने समय के इहो जिहियां कुछ चीज़ां होण। ठीक समय के नाल नाल कई कुछ मिटदा गया है।
सो रहो विचार चंद सूरज दा के तपत रसोई, जिहदे घर दे विच दिन रात रसोई जिहड़ी सी तपदी रहिंदी सी, भाव रोटी पानी तैयार हुंदा सी, बैसंतर जाके कपड़े धोई ते अग उत्ते पानी दे पतीले चढ़े रहिंदे सन तां जो बस्तर धोते जान। अगे कबीर साहब कहणगे गुरमत रामै नाम समाई। कहंदे इहो जिहा जिहड़ा रावण सी ना, ਉਹਦਾ भी अज कुछ नहीं तुहानूं नज़र आउंदा, ਉਹਦਾ भी परिवार अग्गा पिछा सानूं लभदा नहीं पिया। इस करके कबीर साहब अपनी उदाहरण दे के अपना पक्ष दा रखते हैं। कहंदे गुरमत रामै नाम वसाई। कह लगे भलिया जे तू गुरु की मत लैके परमात्मा के नाम नूं किते हिरदे च टिका लवे ना, जिहड़ी गल करनी चाहुंदे ने, कह लगे अस्थिर रह ना कतहूँ जाई, वो अवस्था प्राप्त हो जाएगी नाम जप के जिहड़ी कदी जावेगी नहीं, जिहड़ी हमेशा ही अस्थिर रहेगी, एक थां ते तू टिकिया रहेगा। इस गल नूं फेर समझ लिओ, सारा शब्द इहदे दुआले घुमना है। हुण इत्थे कबीर साहब ने जिहड़ी उदाहरण है वो रावण दी दित्ती है, ते रावण दे बड़े पक्ष ने। जिवें मैं तुहाडे सामने हुणे ये जिक्र कीता, रावण जिहड़ा है वो निक्की जी गल तो अपना सारा जीवन बर्बाद कर फिरदा है। इहो गल ही हुंदी है ना, सीता दा हरण कर लैंदा है, एक सीता दे हरण पिछे इन्नी धन दौलत गवा पिछे छड्डदा है, एक जनानी पिछे सारे दा सारा कुछ कारोबार बर्बाद करके बह गया। अज भी लोग करते हैं, अज भी जिहड़े ने वो सारी दी सारी जिंदगी बर्बाद कर लई जाती है एक निक्की जी गल दे पिछे। एक गल याद रखियो, ये मैं बड़ियां गल्लां संकोच के चलदा ना, क्योंकि कथा दे ते लैक्चर दे विच जिहड़ा वो थोड़ा जिहा अंतर है। लैक्चर दे विच असीं कुछ गल्लां पक्ष खोल के रख सकते हैं, कथा दे विच सानूं गुरमत दा नज़रिया अते गुरमत दा जिहड़ा सिद्धांत है उहदे विच रह के बोलना पैंदा है। मैनूं 2-4 वारी ना मौका मिलिया, कई वारी कई परसनल लैक्चर लाउण दा, कईयां दा दो तरह की आपां गल करदे आ, किसी नाल पब्लिक करदे आ, किसी दे नाल परसनल कीती जांदी है। किसी नूं मोटीवेट करना होवे, मैं 2-4 बंदिਆਂ ਨੂੰ परसनल मोटीवेट कीता। वो ਜਦੋਂ ਆਪਾਂ ਕਿਸੇ ਦੇ परसनल जीवन ਦੇ ਵਿੱਚ ਜਾਂਦੇ ਆ ना, वो ਉਹਨਾਂ ਦੇ जीवन 'ਚ ਇਹੋ ਚੀਜ਼ਾਂ ਨਿਕਲਦੀਆਂ ਨੇ, ਨਿੱਕੀ ਜੀ ਗੱਲ ਤੋਂ ਮਨੁੱਖ ਸਾਰੀ ਦੀ ਸਾਰੀ ਜ਼ਿੰਦਗੀ ਬਰਬਾਦ ਕਰ ਬੈਠਦਾ। ਜਿਵੇਂ ਮੈਂ ਕੱਲ ਵੀ ਕਿਹਾ ਸੀ, ਮਨੋਵਿਗਿਆਨ ਵੀ ਕਹਿੰਦਾ ਹੈ ਤੁਸੀਂ ਆਪਣੇ ਮਨ ਤੇ ਕੰਟਰੋਲ ਕਰ ਲਿਆ ਨਾ ਜਿਸ ਦਿਨ, ਤੁਹਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਿਲਾ ਸਕਦੀ। जिस दिन तुसी मन ना काबू कर सके तो आ रावण वर्गा भी जनानी पिछे सारा कुछ गवा बैठता जी। ये एक सच्चाई है ना, इहो गल ही हुई ना, रावण राम दे हथों ही मारिया गया ना, ना सीता चुक के लिया तो ना आण के रावण उन्होंने किसी पासे लाउंदा। सो इहो जिहियां निक्कियां निक्कियां गल्लां हुंदियां ने, कुछ सानूं परसनली तौर पर करनियां पैंदियां ने। इत्थे कबीर साहब कह रहे हैं कि भलिया इन्हां चीज़ां दे विच कुछ नहीं रखिया होया। एक गल याद रखी, रावण दे कोल बड़ी धन दौलत सी, दिन रात उहदे घर दे विच जिहड़ा सी आवाजाही लगी रहिंदी सी, धन दौलत दे नाल कमी नहीं। पर अज वो रावण दा कुछ सानूं जिहड़ा है सबूत नहीं मिलता। अज रावण दा कोई जिहड़ा अग्गा पिछा नहीं मिलता, कोई धी पुत्त नहीं मिलता। जे तू सदैव ही कुछ चाहुंदा है तो राम गुरमत रामै नाम वसाई, इदा कर गुरु की मत लैके हिरदे विच परमात्मा का नाम टिका ला। जिस दिन तेरे हिरदे च परमात्मा का नाम टिक गया, कह लगे अस्थिर रह, तेरी मत अडोल हो जाएगी, मन अडोल हो जाएगा, मन डोलेगा नहीं। तो जो मन नहीं डोलेगा ना, तो याद रखियो दुनिया के उत्ते मनुख सਦੀवी तौर पर अपना नाम चमका के जा सकता है। कबीर साहब का जे असी जीवन देखते हैं, अज उन्हों का सानू जे चलो एक पक्ष लै रहा, जे तुहानू कोई आखे कबीर साहब के समय किहड़ा समकाली सम्राट कोई राजा होया, सानू पता नहीं पता होगा उन्हों के समकाल किन्ने लोग होए तो किन्ने चले गए, किन्ने धनाड़ होए, पर उन्होंने बंदगी की। अज कबीर साहब का नाम सदीवी साडे कोल मौजूद है। बाबा फरीद साहब का सब तो पुराने बाबा फरीद साहब या भगत जयदेव जी ने 1170 का प्रकाश है उन्होंने कि 1170 की साडे कोल हिस्टरी है कि आ मनुख धनाड़ सन, कुछ कुछ मोटियां चीज़ां होणगियां, पर अज उन्हों का नामो निशान नहीं। अज भगत जयदेव नूं बाबा फरीद साहब नूं याद किया जाता है, जिन्हों ने परमेश्वर का नाम जपया। कबीर साहब जी गल कह रहे हैं, गुरमत रामै नाम वसाई, कह लेंगे जिहड़ा गुरु की मत नूं लैके हिरदे च नाम टिका लैंदा है, अस्थिर रहे, वह हमेशा ही अडोल अवस्था दे विच टिक जाता है, ना कतहूँ जाई, टिकिया होया परमात्मा के चरणों के विच, किते जांदा नहीं। भाव शरीर तो वह खत्म हो जाएगा, शरीर के उत्ते जिहड़ा है वो दिन रात खुशी गमी आउंदी। मैं इनू थोड़ा जिहा बयान करके अपने विषय लावां। कई बारी ना असी ये चीज़ गुरमत नूं फिजिकल लै जाने आ कि जे गुरु दे नाम जपांगे, गुरु की मत लवांगे, साडे शरीर ते कोई कष्ट नहीं आउणगे। इदां दी गल नहीं जे हैगी। जदों मैं बड़ी बारी कहा कि जे तुसीं सरीरक कष्ट की गल करदे जे ना, तो जिहड़ा अरदास का तीसरा बंद है, जिन्हां सिंघां सिंघणियां ने धर्म हेत सीस दिते, बंद बंद कटाए सारा ही,
ये सारा फिजिकल टॉर्चर है। इन्ना क ज़्यादा तंग किया जाता है फिजिकल वास्ते, इन्ना क ज़्यादा शरीर नूं कष्ट दिते जाते हैं, बंद बंद कट्टे गए, खोपरियां लाइया गई चरखड़ियां ते। ये कोई काम सौखा सी? सरीरक कष्ट ने, पर उन्हां दा मन इन्ना क परमात्मा के चरणों के विच जुड़िया होया है कि मावां गलां दे विच पुत्रां दे हार भी पवा लैंदियां ने, पर मन उन्हां दा तां भी नहीं डोलदा। इत्थे गुरमत बोलदी है। गुरमत का आ फलसफा है, तू गुरु की मत के नाल जे जुड़ गया ना, दुनिया की कोई ताकत तैनूं डुला नहीं सकेगी। लोग जोर ला लैन, तेरे अपने तेरे बगाने तेरे शरीके भैन भरा इधर उधर जिन्ना मर्जी कोई तेरिया अखां च पानी लिया यतन करे, जिस दिन तू गुरु के चरणों च जुड़ गया ना, तो याद रखी तू पत्थर नहीं, तू उस अवस्था को प्राप्त हो जाएगा जिथे ना दुख आउंदा है तो ना सुख आउंदा है, जिथे केवल तो केवल आनंद है। उत्थे कबीर साहब जी अज वो अवस्था बयान कर रहे हैं, कहने अस्थिर रह, तेरी अडोल अवस्था बन जाएगी। और दुनियावी चीज़ां बिल्कुल थल्ले रह जांदियां ने, बड़ियां लो लैवल दीयां गल्लां ने। कहंदे अस्थिर रह ना कतहूँ जाई, तेरी मत अडोल रहेगी, मन किते डोलेगा नहीं, तू आवें जावेगा नहीं, भाव जन्म मरण के चक्करां दे विच नहीं पवेगा। अखीर ते कहणगे कहत कबीर सुनो रे लोई। हुण इस शब्द के बारे ना कुछ विद्वानां ने यह गल कह दी कि यह भगत कबीर साहब जी ने माता लोई नूं, क्योंकि उन्हां दी पत्नी का नाम लोई है। पर मैं इत्थे एक नुकता तुहानूं दे देना, गुरु ग्रंथ साहब दे विच री लोई भी शब्द आया जे, तो गुरु ग्रंथ साहब दे विच रे लोई भी शब्द आया है। जिवें इत्थे शब्द आया ना कहत कबीर सुनो रे लोई, लोई का अर्थ लुकाई भी है, समाज साडा, ते लोई का अर्थ माता लोई भी है। ये बिल्कुल सौखा कर देवां, जिथे तो शब्द आए री लोई, उहदा अर्थ है माता लोई उन्हां दी पत्नी, जिथे आवे रे लोई रारे दे नाल ला आवे उहदा अर्थ बिल्कुल सहजे सौखे असी कर देना है संसार दे लोग। कह लगे हे जगत दे लोगो मेरी गल ध्यान ना सुनो, कहत कबीर सुनो रे लोई। की गल समझा रहे हैं? अखीर ते राम नाम बिन मुकत ना होई, कहंदे परमात्मा दे नाम तो बिना तुहानूं मुक्ति नहीं जे मिलनी। परमात्मा के नाम तो बिना साडा भला नहीं। मनुख की अज जिन्नी भी भज दौड़ है ना, वो सारी पैसे के पिछे है। पैसा जरूरी है, पर कल्ला पैसा जिंदगी के विच कुछ नहीं जे कर सकता। मैं उदाहरण रिपीट ना करा, क्योंकि अज साडे कोल बहुत कुछ धन दौलत है। इन्नी धन दौलत होने के कारण भी लोग दुखी फिरते हैं। मैं बड़े देखे ने, जिवें मैं कहना परसनली एक दो कईयां नूं मिलदा, जेकर मौका मिलता है किसी नूं परसनली, वो बेचारा दुखी है, पैसे की कमी कोई नहीं, पर दुखी है। क्यों दुखी है? क्योंकि अंदर परमात्मा का नाम कोई नहीं। इत्थे कबीर साहब बड़ी सौखी गल समझा रहे कि तू परमात्मा का नाम जप, जिस दिन नाम तेरे अंदर टेक गया ना, दुनिया की ताकत तेन कोई हिला नहीं सकती। तो जे मुक्ति की गल करदा, रावण वर्गा बड़ा अमीर सी, उन्होंने भी पैसे के नाल मुक्ति नहीं मिलनी। ये परमात्मा के नाम तो बिना मुक्ति नहीं मिलेगी। कहत कबीर सुनो रे लोई, राम नाम बिन मुक्त ना होई, परमात्मा के बिना नाम तो बिना मुक्ति नहीं। सो इस पावन शब्द की विचार जिहदा समुचा तत्त भाव ये निकलता है कि मनुख का जिहड़ा भला है वह परमात्मा का नाम जप के होना है। सो इन्नियां बेनतियां प्रवान।